ਕਾਇਰ ਤਿਨ ਸ਼ਬਦ ਸੂਰਤ ਕੀ ਨੀਮ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ। ਏਕ ਜੀ ਕਛ ਕਹੀ ਨਾ ਜਾਈ। ਸੋਢੀ ਸ੍ਰੇਸ਼ਟ ਸਗਲ ਤਾਰਨ ਕੋ। ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸੋਢੀ ਸ੍ਰੇਸ਼ਟ ਸਗਲ ਤਾਰਨ ਕੋ। ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਨਾਹੰ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ। ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ। ਜਿਨ ਤੂੰ ਨਾਹੀ ਵਿਸਰਿਆ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾਂ। ਰਾਮ ਰਸਾਇਣ ਜੋ ਜਨ ਗੀਦੇ। ਚਰਨ ਕਮਲ ਪ੍ਰੇਮ ਭਗਤੀ ਬੀਦੇ। ਰਾਮ ਰਸਾਇਣ ਜੋ ਜਨ ਗੀਦੇ। ਚਰਨ ਕਮਲ ਪ੍ਰੇਮ ਭਗਤੀ ਬੀਦੇ। ਰਹਾਉ ਆਨ ਰਸਾ ਦਿਸੈ ਸਭ ਛਾਰ। ਨਾਮ ਬਿਨਾ ਨੇਹ ਫਲ ਸੰਸਾਰ। ਅੰਧਕੂਪ ਤੇ ਕਾਢੇ ਆਪ। ਗੁਣ ਗੋਵਿੰਦ ਅਚਰਜ ਪਰਤਾਪ। ਵਾਣ ਤ੍ਰਿਣ ਤ੍ਰਿਭਾਵਨ ਪੂਰਨ ਗੋਪਾਲ। ਬ੍ਰਹਮ ਪਸਾਰ ਜੀ ਸੰਗ ਦਇਆਲ। ਕਹੋ ਨਾਨਕ
ਸਾਕਥ ਨਿਸਾਰ। ਮਾਨ ਲੇਤ ਜਿਸ ਸਿਰਜਨਹਾਰ। ਵਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ। ਬ੍ਰਹਮ ਪਸਾਰ ਜੀ ਸੰਗ ਦਇਆਲ। ਕਹੋ ਨਾਨਕ ਸਾਕਥ ਨਿਸਾਰ। ਮਾਨ ਲੇਤ ਜਿਸ ਸਿਰਜਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਬਾਣੀ ਕੇ ਬੋਹਿਤ ਮਿਹਰਾਂ ਦੇ ਸਾਈਂ। ਬਖਸ਼ਿਸ਼ਾਂ ਦੀ ਭੰਡਾਰ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਡ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ। ਆਪਣੀ ਸੁਰਤ ਨੂੰ ਸ਼ਬਦ ਦੀ ਟੇਕ ਦੇ ਕੇ ਸਚਿਆਰ ਪਦ ਤੱਕ ਦਾ ਪੈਂਡਾ ਸਫ਼ਰ ਤੈਅ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ। ਬਹੁਤ ਹੀ ਸਤਿਕਾਰ ਸਹਿਤ ਭਾਈ ਗੁਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਪਰਮਜੀਤ ਸਿੰਘ, ਤਿੰਨਾਂ ਦੇ ਰਾਗੀ ਜਥੇ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਭਾਈ ਸਾਹਿਬ ਸ਼ਬਦ ਸਰਵਣ ਕਰਵਾ ਰਹੇ ਸਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼। ਰਾਗ ਬਿਲਾਵਲ। ਜੀਵੋ ਨਾਮ ਸੁਣੀ, ਜੋ 100% ਭਏ ਗੁਰਦੇਵ। ਜਦੋਂ ਕਿਸੇ ਵੀ ਮਨੁੱਖ ਦੇ ਜੀਵਨ ਦਾ ਆਧਾਰ ਮਾਲਕ ਦਾ ਨਾਮ ਬਣ ਜਾਏ। ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਪ੍ਰਮਾਣ ਦੇ ਕੇ ਇਸ ਗੱਲ ਨੂੰ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਨ ਕਾ ਜਾਓ। ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਹਾਡੇ ਨਾਮ ਦੀ ਬਖਸ਼ਿਸ਼ ਨੂੰ ਸਰਵਨ ਕਰਕੇ ਤੇ ਇਹ ਅਟਲ ਸੱਚਾਈ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ। ਜਦੋਂ ਆਪਾਂ ਨਿਤਨੇਮ ਕਰਦਿਆਂ ਹੋਇਆਂ ਦਾਤੇ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸਾਡਿਆਂ ਕੰਨਾਂ ਦੇ ਰਾਹੀਂ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਰਸ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਏ। ਗੌੜੀ ਰਾਗ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਲੜੀਵਾਰ ਵਿਚਾਰ ਦੇ ਅਧੀਨ ਪਾਵਨ ਪਵਿੱਤਰ ਸ਼ਬਦ, ਜਿਸ ਦਾ ਪਾਠ
ਹੁਣੇ ਆਪਾਂ ਸਾਰਿਆਂ ਨੇ ਸਰਵਨ ਕੀਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਜਿੰਦੜੀਆਂ ਦਾ, ਉਹਨਾਂ ਰੂਹਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਰੱਬੀ ਰੰਗ ਦੇ ਵਿੱਚ ਰੰਗੇ ਗਏ ਨੇ, ਜਿਨ੍ਹਾਂ ਨੇ ਰੱਬੀ ਰਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਾਣਿਆ ਹੈ। ਹਜ਼ੂਰ ਉਸ ਰਸ ਨੂੰ ਰਾਮ ਰਸਾਇਣ ਜੋ ਜਨ ਗੀਤੇ, ਹੇ ਭਾਈ ਉਹ ਸੱਜਣ ਜਿਹੜੇ ਨਾਮ ਦੇ ਰਸ ਵਿੱਚ ਜ਼ਿੰਦਗੀ ਜਿਉਂਦਿਆਂ ਹੋਇਆਂ ਗੜੂੰਡ ਹੋ ਗਏ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦਿਆਂ ਹੋਇਆਂ ਅੱਗੇ ਬਖਸ਼ਿਸ਼ ਕਰਦੇ ਨੇ। ਚਰਨ ਕਮਲ ਪ੍ਰੇਮ ਭਗਤੀ ਵਿਦੇ, ਜਿੱਥੇ ਉਹਨਾਂ ਦੇ ਜੀਵਨ ਦਾ ਆਧਾਰ ਗੁਰੂ ਦੇ ਸ਼ਬਦ ਰੂਪੀ ਚਰਨ ਕਮਲ ਬਣ ਆਉਂਦੇ ਹਨ। ਪ੍ਰੇਮਾ ਭਗਤੀ ਦੇ ਵਿੱਚ ਗਲਤਾਨ ਹੋ ਕੇ ਤਾ ਉਮਰ ਭਰ ਉਸੇ ਰਸ ਦਾ ਆਨੰਦ ਮਾਣਦੇ ਨੇ, ਉਸੇ ਰਸ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੇ ਵਾਰ-ਵਾਰ ਜਗਿਆਸੂ ਦੇ ਉੱਤੇ ਇਹ ਕਿਰਪਾ ਬਖਸ਼ਿਸ਼ ਕੀਤੀ। ਆਖਿਆ ਕਿਤੇ ਤੇਰੇ ਜੀਵਨ ਅੰਦਰ ਇਹ ਚਾਉ ਪੈਦਾ ਹੋ ਜਾਏ, ਤੂੰ ਨਾਮ ਦੇ ਰਸ ਨੂੰ ਪੀਣ ਦਾ ਆਦੀ ਹੋ ਜਾਏ, ਤੇਰੀ ਇਹ ਸੁਰਤੀ ਇਹ ਬਿਰਤੀ ਪਰਪੱਕ ਹੋ ਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰੋ ਤੇ ਇਹ ਸਮਝਾਉਣਾ ਕਰੋ, ਇਹ ਮਨੁੱਖਾ ਜੀਵਨ ਪ੍ਰਾਪਤ ਕਰਕੇ ਕਿਹੜੇ ਰਸ ਨੇ ਜਿਨ੍ਹਾਂ ਦੇ ਵਿੱਚ ਬੰਦਾ ਗਲਤਾਨ ਹੋ ਗਿਆ। ਸ਼੍ਰੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ 9 ਰਸਾਂ ਦਾ ਜ਼ਿਕਰ ਕੀਤਾ ਤੇ ਨਾਲ ਇਹ ਗੱਲ ਸਮਝਾ ਦਿੱਤੀ। ਤੇ ਮੇਰੇ ਖਿਆਲ ਵਿੱਚ ਜਦੋਂ ਅਸੀਂ ਇਹਨਾਂ 9 ਰਸਾਂ ਨੂੰ ਡਿਫਾਈਨ ਕਰਾਂਗੇ ਤੇ ਦੁਨੀਆ ਦਾ ਕੋਈ ਵੀ ਮਨੁੱਖ, ਕੋਈ ਟਾਵਾਂ ਵਿਰਲਾ ਭਾਵੇਂ ਹੋਏ, ਜਿਹੜਾ ਇਸ ਰਸ ਤੋਂ ਪਾਰ ਲੰਘਿਆ ਹੋਵੇ, ਸਾਨੂੰ ਨਜ਼ਰ ਹੀ ਪੈਂਦਾ ਹੋਵੇ। ਹਜ਼ੂਰ ਨੇ ਕਿਰਪਾ ਬਖਸ਼ਿਸ਼ ਕੀਤੀ, ਕਹਿਣ ਲੱਗੇ ਸਭ ਨਾਲੋਂ ਪਹਿਲਾ ਰਸ ਇਸ ਜੀਵ ਨੂੰ ਹੈ। ਇਸ ਤੋਂ ਅੱਗੇ ਜਾਣ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਬੇਨਤੀ ਸਰਵਨ ਕਰਦੇ ਚੱਲਿਆ ਜੇ। ਇਹ ਬਚਨ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤੇ। ਆਖਿਆ ਜਦੋਂ ਇਹ ਮਨੁੱਖ ਮਾਂ ਦੇ ਗਰਭ ਵਿੱਚ ਪੁੱਠਾ ਲਟਕਦਾ ਪਿਆ ਸੀ, ਨੇਮ ਨਾਲ ਇਹਦੀ ਅਰਦਾਸ ਸੀ, ਸੱਚੇ ਪਾਤਸ਼ਾਹ ਇੱਕ ਵਾਰੀ ਇਸ ਜਠਰ ਅਗਨ ਤੋਂ ਬਚਾ ਲੈ, ਮੈਂ ਸਰੀਰ ਹਾਸਲ ਕਰਕੇ ਭਾਵੇਂ ਕੁਝ ਹੋ ਜਾਏ। ਸੁਣਿਆ ਜੇ ਬੇਨਤੀ ਨੂੰ ਧਿਆਨ ਨਾਲ, ਤੈਨੂੰ ਨਹੀਂ ਭੁੱਲਾਂਗਾ, ਤੇਰੇ ਨਾਮ ਨੂੰ ਨਹੀਂ ਭੁੱਲਾਂਗਾ। ਤੇ ਜਦੋਂ ਦੁਨੀਆ ਵਿੱਚ ਆਇਆ ਤੇ ਸਭ ਨਾਲੋਂ ਪਹਿਲਾ ਕਰਮ ਹੀ ਇਹਨੇ ਇਹ ਕੀਤਾ, ਵਿੱਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ, ਰੱਬ ਨੂੰ ਭੁੱਲ ਕੇ, ਰੱਬ ਨੂੰ ਵਿਸਾਰ ਕੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨੇ ਕੀਤਾ ਕਿ ਦੁਨੀ ਸਿਉ ਚਿੱਤ ਲਾਇਆ, ਸੰਸਾਰ ਦੇ ਨਾਲ ਆਪਣਾ ਚਿੱਤ ਜੋੜ ਲਿਆ। ਮਟੀਰੀਅਲ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਰਸ ਕਸ ਮਾਨਣੇ ਸ਼ੁਰੂ ਕਰ ਦਿੱਤੇ। ਇੱਕ ਬਚਨ ਹੋਰ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤਾ, ਇਹ ਕਿੱਡਾ ਭਲਾ ਹੈ। ਇਸ ਨੂੰ ਚੰਗੇ ਤੇ ਮਾੜੇ ਦੀ ਸਮਝ ਹੀ ਨਹੀਂ, ਇਹ ਵਿਸਰ ਗਿਆ ਇਸ ਗੱਲ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹੜੀ ਗੱਲ ਨੂੰ? ਕਹਿਣ ਲੱਗੇ ਦੀਨ ਗਵਾਇਆ ਦੁਨੀ ਸਿਉ। ਧਰਮ ਨੂੰ ਇਹਨੇ ਸੰਸਾਰ ਦੇ ਪਿੱਛੇ ਲੱਗ ਕੇ ਗਵਾ ਲਿਆ। ਤੇ ਅੱਜ ਵੀ ਆਪਾਂ ਸੋਚਦੇ ਹਾਂ ਨਾ ਵੀ ਜੇ ਖੰਡੇ ਬਾਟੇ ਦੀ ਪੌਲ ਛਕ ਲਈਏ, ਗੁਰੂ ਵਾਲੇ ਬਣ ਜਾਈਏ, ਬਾਣੀ ਪੜਨ ਲੱਗ ਜਾਈਏ, ਤੇ ਜਿਨ੍ਹਾਂ ਦੇ ਨਾਲ ਬਹਿ ਕੇ ਬਾਕੀ ਰਸ ਕਸ ਮਾਣੇ ਨੇ ਉਹ ਕੀ ਕਹਿਣਗੇ? ਉਸ ਕਨਫਿਊਜ਼ਨ ਦੇ ਵਿੱਚੋਂ ਪਾਰ ਲੰਘਣਾ ਹੀ ਸਾਡੇ ਵਾਸਤੇ ਬੜੀ ਵੱਡੀ ਗਨੀਮਤ ਹੋ ਨਿਬੜਦਾ। ਤੇ ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ ਉਹ ਭਲਿਆ ਦੀਨ ਗਵਾਇਆ ਦੁਨੀ ਸਿਉ, ਤੇ ਜਿਹਦੇ ਵਾਸਤੇ
तू अपने दीन नूं गवाया है। मालक कहन लगे दुनी ना चाली साथ, वो ते तेरी साथी बनी कोई नहीं। जिन्होंने अगे बचन याद है जरूर कृपा करिया जे। पाए कुहाड़ा मारिया गाफल अपने हाथ, कहन लगे इस मूर्ख ने, इस गाफल ने अपने हत्थां दे नाल ही अपने पैर दे उत्ते कुहाड़ा मार लिया। ते इस संदर्भ दे विच गुरु ग्रंथ साहब दे विचों अनेकां ही शब्द असी पढ़ सकते हैं, अनेकां ही शब्द असी समझ सकते हैं। पर जिहड़ा साडा अज दा कंसैप्ट है, मैं उधर तुहाडा ध्यान लैके जाना चाहुंदा। सच्चे पातशाह जी महाराज जे इस बंदे ने नाम रस नाल चित नहीं जोड़िया ते कृपा बख्शिश करो सानू दसो भी इहने चित जोड़िया किथे है। सवाल सिर्फ इन्ना है, जिथों आपां ध्यान नूं पुट के। एक ना बड़े सूफी दरवेश कवि होए ने साईं बाबा बुल्ले शाह जी, उन्हां दे मुरशद सी शाह इनायत। अंतां दा प्रेम सी उस्ताद ते चेले विच। बुल्ले शाह दियां रुबाइयां जगत प्रचलित ने, सारे आपां पढ़दे सुनदे आ। ते गुरु प्यारी साध संगत एक दिन साईं बाबा बुल्ले शाह जी उस्ताद जी दे कोल गए। अंदर सारे राह इक्को सवाल चली जाए, ये जीवन की है, जीवन की कहानी की है, ते जे रब नूं मिलना है ते ओदा राह की है, बंदा किहड़े ढंग दे नाल परमेश्वर दी अभेदता हासिल कर सकदा है। ते जिस वक्त मुरशद दे उस्ताद दे कोल पहुंचे ते की वेखिया, वो गंढियां दी पनीरी ला रहे सन। एक थां तो पुट्टना ते दूजी थां दे उत्ते उस पौध नूं, उस पनीरी नूं ला रहे सन। ते जिन्ने भी सियाणे दाने महापुरख हुंदे ने, उन्हां दे करम दे विच भी ते बोलां दे विच भी रमज भी हुंदा है ते रहस भी हुंदा है। सवाल सह सुभा रसना तो कीता साईं बाबा बुल्ले शाह जी होरां ने, उस्ताद जी मुरशद जी किरपा करो ये दसो, जे रब दे राह ते टुरना है, रब नूं मिलना है ते की करना पवेगा। ते उसे वेग दे विच जिवें हथ चलदा पिया है, गंढियां दी पनीरी विच जवाब आया। कहन लगे बुल्लिया रब दा की पाना, इथों पुट्टना ते इथे लाना। जदों ध्यान संसार दे विच है, जिंदगी दे विच दुख है। बचन करिया जे कृपा जिन्हां नूं याद ने, परमेश्वर ते भुल्लिया व्यापन सबे रोग। धार्मिक जगत ने सारे दुखां दा कारण इक्को दस्सिया, रब दा भुल जाना। आखो प्यार नाल सतनाम। सारे सुखां दा कारण दस्सिया, रब दा याद आ जाना। जे रब याद आ गया तो जिंदगी दे विच सुख है, आनंद है, खेड़ा है, चढ़दी कला है। वापस आ जाइए जिहड़ी मैं बेनती करन लगा सा, 10 हिस्सियां दे विच आम मनुख दी जिंदगी नूं धन सतगुरु श्री गुरु नानक साहब जी वंडदियां होया समझाउणा करदे ने कि रब दे रस नूं ना पीण तो इलावा इस बंदे ने होर केड़े केड़े रस नूं माणिया, पीता, खादा, वेखिया, हंडाया। ते हजूर कृपा करदियां कहन लगे, पहले प्यार लगा थण दुध। दुनिया विच आके जदों रब भुलिया ते इस मनुख नूं भुख लगी। मैनूं चेते है जदों गुरमत क्लासां लाउणियां ते टावां टावां ये सवाल आना। वैसे साडे सिख जगत दे जिहड़े सवाल ने ना, वो खान ते पान ते ही मुक जांदे ने, इदों अगे असीं लंघदे नहीं। पर बहुत वरी ये सवाल आया, ते सवाल की है भाई साहब, नाम की है ते नाम किवें जपना चाहिए। हुण बीइंग ए सिख साडा ते सीधा सीधा संबंध गुरु ग्रंथ साहब नाल है, ते आपां वो सवाल किनू करना है? धन सतगुरु श्री गुरु
ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ। ਤੇ ਮੇਰੇ ਹਜ਼ੂਰ ਬੜੇ ਕਮਾਲ ਦੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿਣ ਲੱਗੇ, ਸਿੱਖੋ ਇਹ ਦੱਸੋ, ਬੱਚਾ ਜਨਮ ਲੈ ਕੇ ਧਰਤੀ ਦੇ ਉੱਤੇ ਆਇਆ, ਅਜੇ ਕੁਝ ਘੰਟਿਆਂ ਦਾ ਹੋਇਆ ਹੈ, ਉਹਨੇ ਭੁੱਖ ਦੇ ਨਾਲ ਰੋਣਾ, ਕੁਰਲਾਣਾ, ਵਿਲਕਣਾ ਸ਼ੁਰੂ ਕੀਤਾ ਹੈ। ਕੋਈ ਉਹਦੇ ਕੋਲ ਜ਼ਬਾਨ ਨਹੀਂ, ਕੋਈ ਉਹਦੇ ਕੋਲ ਅੱਖਰ ਨਹੀਂ। ਹਾਂ, ਉਹਨੇ ਧਰਤੀ ਤੇ ਪੈਰ ਰੱਖਦਿਆਂ ਹਾਹਾਕਾਰ ਮਚਾ ਦਿੱਤੀ, ਰੋਲਾ ਪਾ ਦਿੱਤਾ। ਤੇ ਇਹਦੀ ਵਿਆਖਿਆ ਵੀ ਡਾਕਟਰਾਂ ਨੇ, ਸਾਇੰਸਿਸਟਾਂ ਨੇ ਹੋਰ ਵੀ ਕੀਤੀ ਹੈ, ਪਰ ਧਾਰਮਿਕ ਜਗਤ ਨੇ ਇਹਦੀ ਵਿਆਖਿਆ ਕੀਤੀ ਹੈ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਬੱਚਾ ਜਨਮ ਲੈ ਕੇ ਦੁਨੀਆ ਦੇ ਵਿੱਚ ਆਇਆ ਤੇ ਮਾਪੇ ਤੇ ਡਾਕਟਰ ਇਹ ਸਮਝਦੇ ਨੇ ਇਹ ਜਨਮ ਲੈਂਦਿਆਂ ਨਾਲ ਉੱਚੀ ਉੱਚੀ ਰੋ ਪਿਆ, ਇਹਦਾ ਮਤਲਬ ਇਹ ਬੱਚਾ ਤੰਦਰੁਸਤ ਹੈ, ਇਹਦਾ ਸਰੀਰ ਰਿਸ਼ਟ ਪੁਸ਼ਟ ਹੈ, ਇਹਨੂੰ ਕੋਈ ਰੋਗ ਨਹੀਂ। ਪਰ ਧਾਰਮਿਕ ਜਗਤ ਕਹਿੰਦਾ ਹੈ ਭਾਈ ਤੁਹਾਡਾ ਇਹ ਸੋਚਣਾ ਦਰੁਸਤ ਨਹੀਂ ਹੈ। ਕਾਰਨ ਕਹਿਣ ਲੱਗੇ ਉਹ ਤੇ ਜਿਹੜੀ ਲਿਵ ਰੱਬ ਨਾਲ ਜੁੜੀ ਹੋਈ ਸੀ, ਉਹਦੇ ਟੁੱਟਣ ਕਰਕੇ ਉਸ ਦੁੱਖ ਦੇ ਵਿੱਚ ਵਿਰਲਾਪ ਕਰਦਾ, ਪਰ ਹੱਸ ਹੱਸ ਗਾਵੇ ਸਭ ਪਰਿਵਾਰਾ। ਸਾਰਾ ਪਰਿਵਾਰ ਹੱਸਦਾ ਤੇ ਲੱਡੂ ਵੰਡਦਾ ਕਿ ਬੱਚਾ ਤੰਦਰੁਸਤ ਪੈਦਾ ਹੋਇਆ। ਇਹਦੇ ਤੋਂ ਅਗਲੀ ਬੇਨਤੀ ਉਹ ਵਿਦਵਾਨ ਸੱਜਣ ਕੀ ਲਿਖਦੇ ਨੇ, ਕਹਿਣ ਲੱਗੇ ਅਜੇ ਬੱਚਾ ਕੁਝ ਘੰਟਿਆਂ ਦਾ ਹੋਇਆ। ਡਾਕਟਰ ਰਵਿੰਦਰਨਾਥ ਟੈਗੋਰ ਬੜੇ ਵਧੀਆ ਸਕਾਲਰ ਹੋਏ ਨੇ ਤੇ ਉਹਨਾਂ ਨੇ ਕਮਾਲ ਦੀ ਗੱਲ ਆਖੀ, ਕਹਿਣ ਲੱਗੇ ਹਰ ਜਨਮ ਲੈ ਕੇ ਇਸ ਦੁਨੀਆ ਦੇ ਉੱਤੇ ਆਉਣ ਵਾਲਾ ਬੱਚਾ, ਸੁਣਿਆ ਜੀ ਬੇਨਤੀ ਨੂੰ ਧਿਆਨ ਨਾਲ, ਰੱਬ ਦੇ ਘਰੋਂ ਇੱਕ ਸੁਨੇਹਾ ਲੈ ਕੇ ਆਉਂਦਾ ਹੈ। ਰੱਬ ਅਜੇ ਚਾਹੁੰਦਾ ਹੈ ਕਿ ਮੇਰੀ ਬਣਾਈ ਹੋਈ ਕਾਇਨਾਤ ਇਹ ਦੁਨੀਆ ਵਧੇ, ਫੁੱਲੇ, ਪ੍ਰਫੁੱਲਤ ਹੋਏ। ਇਹ ਹਰੇਕ ਨਵਾਂ ਬੱਚਾ ਤੇ ਤੁਸੀਂ ਅੱਜ ਜਿਵੇਂ ਦਾ ਸਾਡੇ ਕੋਲ ਸਿਸਟਮ ਹੈ, ਹੁਣੇ ਫੋਨ ਦੇ ਵਿੱਚ ਪਾ ਕੇ ਵੇਖ ਸਕਦੇ ਜੇ ਕਿਹੜੇ ਮੁਲਕ 'ਚ 1 ਮਿੰਟ 'ਚ ਕਿੰਨੇ ਬੱਚੇ ਪੈਦਾ ਹੋ ਰਹੇ ਨੇ ਤੇ ਪੂਰੀ ਦੁਨੀਆ ਦੇ ਵਿੱਚ ਕਿੰਨੇ ਜੰਮ ਰਹੇ ਨੇ ਤੇ ਕਿੰਨੇ ਪੂਰੀ ਦੁਨੀਆ ਦੇ ਵਿੱਚ ਸੰਸਾਰ ਤੋਂ ਰੁਖਸਤ ਹੋ ਰਹੇ ਨੇ। ਇਹ ਸਾਰੀਆਂ ਗੱਲਾਂ ਸਾਨੂੰ ਆંકੜਿਆਂ ਦੇ ਰੂਪ ਦੇ ਵਿੱਚ ਸਪਸ਼ਟ ਨਜ਼ਰ ਆਉਂਦੀਆਂ ਪਈਆਂ ਨੇ। ਇਸ ਤੋਂ ਅਗਲੀ ਬੇਨਤੀ, ਜਿਹੜੇ ਸਵਾਲ ਦੇ ਉੱਤੇ ਮੈਂ ਖਲੋਤਾ ਸਾਂ, ਨਾਮ ਕੀ ਹੈ, ਨਾਮ ਕਿਵੇਂ ਜਪਣਾ ਚਾਹੀਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਇਹਦਾ ਜਵਾਬ ਦਿੰਦਿਆਂ ਕਹਿਣ ਲੱਗੇ ਬੱਚਾ ਅਜੇ ਕੁਝ ਘੰਟਿਆਂ ਦਾ ਜਨਮ ਲੈ ਕੇ ਸੰਸਾਰ ਵਿੱਚ ਆਇਆ, ਉਹਨੂੰ ਭੁੱਖ ਲੱਗੀ ਏ, ਉਹਨੇ ਉੱਚੀ ਉੱਚੀ ਰੋਣਾ, ਕੁਰਲਾਣਾ, ਵਿਲਕਣਾ ਸ਼ੁਰੂ ਕਰ ਦਿੱਤਾ। ਦੱਸੋ ਭਾਈ ਉਹ ਕਿਹੜੀ ਯੂਨੀਵਰਸਿਟੀ ਵਿੱਚ, ਕਿਹੜੇ ਸਕੂਲ ਵਿੱਚ, ਕਿਹੜੇ ਇੰਸਟੀਚਿਊਸ਼ਨ ਦੇ ਵਿੱਚ ਸਿੱਖਣ ਗਿਆ ਏ? ਮੈਨੂੰ ਭੁੱਖ ਲੱਗੀ ਏ ਤੇ ਮੈਂ ਦੁੱਧ ਕਿਵੇਂ ਪੀਵਾਂ? ਸਾਡੇ ਪੰਜਾਬੀ ਦਾ ਈਡੀਅਮ ਹੈ ਲੋੜ ਕਾਢ ਦੀ ਮਾਂ ਏ। ਜਦੋਂ ਲੋੜ ਪੈਦਾ ਹੁੰਦੀ ਏ ਤੇ ਬੰਦਾ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ। ਬਿਲਕੁਲ ਇਨ ਬਿਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਜਿਨ੍ਹਾਂ ਨੂੰ ਯਾਦ ਨੇ ਜਰੂਰ ਕਿਰਪਾ ਕਰਿਆ ਜੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕਹਿਣ ਲੱਗੇ ਜਿਨ੍ਹਾਂ ਨੂੰ ਸੱਚੀ ਮੁੱਚੀ ਅੰਦਰੋਂ ਨਾਮ ਦੀ ਪਿਆਸ ਲੱਗੀ ਹੈ, ਫਿਰ ਉਹ ਉਸ ਨਾਮ ਰਸ ਤੋਂ ਬਿਨਾ ਕਿਸੇ ਹੋਰ ਥਾਂ ਤੋਂ ਤ੍ਰਿਪਤ ਨਹੀਂ ਹੁੰਦੇ, ਸੰਤੁਸ਼ਟ ਨਹੀਂ ਹੁੰਦੇ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਦਿਆਂ ਕਹਿਣ ਲੱਗੇ ਸੰਸਾਰ ਦੇ ਲੋਗੋ, ਸਮਝਿਆ ਜੇ ਇਸ ਨੁਕਤੇ ਨੂੰ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ। ਕਹਿਣ ਲੱਗੇ ਦੁਨੀਆ ਵਿੱਚ ਪੈਰ ਰੱਖਦਿਆਂ ਭੁੱਖ ਲੱਗੀ। ਤੇ ਇੱਕ ਗੱਲ ਹੋਰ ਚੇਤੇ ਰੱਖਿਆ ਜੇ, ਸ਼ਬਦ ਆਪਾਂ ਪਹਿਲਾਂ ਪੜ੍ਹ ਲਿਆ, ਸੰਸਾਰ ਪੱਧਰ ਦੇ ਉੱਤੇ ਭੁੱਖ ਲੱਗਦੀ ਹੈ, ਬੰਦਾ ਦੁਖੀ ਹੁੰਦਾ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਆ ਬਹਿ ਮੇਰੇ ਕੋਲ, ਜੇ ਕਿਤੇ ਜ਼ਿੰਦਗੀ ਵਿੱਚ ਤੈਨੂੰ ਇਹ ਭੁੱਖ ਲੱਗ ਗਈ ਨਾ ਤੇ ਮੇਰਾ ਯਕੀਨ ਕਰੀ ਫਿਰ ਜ਼ਿੰਦਗੀ 'ਚ ਕੋਈ ਦੁੱਖ ਤੇਰੇ ਨੇੜੇ ਨਹੀਂ ਆਵੇਗਾ। ਬਚਨ ਕਰਿਆ ਜੇ ਕਿਰਪਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ
ਚਲੀਐ ਦੁਖ। ਜੇ ਸੱਚੇ ਨਾਮ ਨੂੰ ਪੀਣਾ ਸ਼ੁਰੂ ਕਰ ਦੇਗਾ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਫੇਰ ਭਾਈ ਤੇਰੇ ਨੇੜੇ ਨਹੀਂ ਆਵੇਗਾ। ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੈ ਮਾਏ ਬਾਪ ਕੀ ਸੁਧ, ਤੀਜੈ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਵੇਲਾ ਸੀਗਾ ਜਦੋਂ ਮਾਪੇ ਬੜਾ ਜ਼ੋਰ ਲਾ ਕੇ, ਮੈਨੂੰ ਆਪ ਚੇਤੇ ਹੈ ਜਦੋਂ ਆਪਾਂ ਬਚਪਨ ਸਾਂ ਤੇ ਮਾਪੇ ਕਿਵੇਂ ਸਾਨੂੰ ਸਾਥੀਆਂ ਨਾਲੋਂ ਕੁੱਟ-ਕੁੱਟ ਕੇ ਘਰ ਲਿਆਉਂਦੇ ਵੀ ਹੁਣ ਤੇ ਖੇਡ ਦਾ ਖਾੜਾ ਛੱਡ ਦਿਓ। ਪਰ ਅੱਜ ਵਕਤ ਨੇ ਕਰਵਟ ਬਦਲ ਲਈ ਹੈ। ਸਾਡੇ ਬੱਚੇ ਐਸੇ ਟੈਲੀਫੋਨਾਂ ਦੇ ਵਿੱਚ ਵੜੇ ਨੇ, ਉਹਨਾਂ ਨੂੰ ਕੱਢਣਾ ਔਖਾ ਹੋ ਗਿਆ। ਹੁਣ ਮਾਪੇ ਜ਼ੋਰ ਲਾਉਂਦੇ ਨੇ, ਕਿਤੇ ਮਹਾਰਾਜ ਕਿਰਪਾ ਕਰੇ ਇਹ ਬੱਚੇ ਫੋਨ ਦਾ, ਮੋਬਾਈਲ ਦਾ, ਲੈਪਟਾਪ ਦਾ ਖਾੜਾ ਛੱਡਣ, ਆਈਪੈਡ ਦਾ ਖਾੜਾ ਛੱਡਣ ਤੇ ਬਾਹਰ ਝੱਟ ਸਾਥੀਆਂ ਨਾਲ ਖੇਡਣ ਜਾਣ। ਗੁਰੂ ਪਿਆਰੀ ਸਾਧ ਸੰਗਤ, ਸੰਸਾਰ ਭਰ ਦੇ ਸਕਾਲਰ, ਦੁਨੀਆ ਭਰ ਦੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਨੇ, ਚਿੰਤਾ ਤੁਰ ਨੇ। ਅਗਲੇ 100 ਸਾਲਾਂ ਦੇ ਵਿੱਚ ਇਸ ਸਾਰੇ ਸਿਸਟਮ ਦੇ ਵਿੱਚੋਂ ਨਿਕਲਣ ਵਾਲੇ ਬੱਚੇ ਨੇ ਜਿਹੜੇ, ਉਹਨਾਂ ਨੂੰ ਇਹ ਹੀ ਸਮਝ ਨਹੀਂ ਰਹਿਣੀ ਅਸੀਂ ਇਸ ਗੱਲ ਦਾ ਸੁਪਨਾ ਵੇਖਿਆ, ਇਹ ਗੱਲ ਕਿਤਾਬ ਤੋਂ ਪੜ੍ਹੀਏ, ਫੋਨ ਤੋਂ ਵੇਖੀਏ, ਸੱਚੀ ਮੁੱਚੀ ਸਾਡੇ ਨਾਲ ਹੈਪਨ ਹੋਇਆ, ਕਿਉਂਕਿ ਉਹ ਇਸ ਸਿਸਟਮ ਦੇ ਵਿੱਚ ਇੰਨਾ ਗੜੂੰਡ ਹੋ ਜਾਣਗੇ। ਜਿਹੜੇ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਪੜ੍ਹਦੇ ਨਾ, ਕਾਹੇ ਰੇ ਬਨ ਖੋਜਣ ਜਾਈ। ਅੱਜ ਜੰਗਲ 'ਚ ਜਾਣ ਦੀ ਲੋੜ ਨਹੀਂ, ਘਰ ਦੇ ਇੱਕੋ ਮੇਜ਼ ਉੱਤੇ ਸਾਰੇ ਜੀ ਬੈਠੇ ਨੇ, ਗੱਲ ਕੋਈ ਨਹੀਂ ਕਰ ਰਿਹਾ, ਮੈਸੇਜ ਹੀ ਕਰ ਰਹੇ ਨੇ ਇੱਕ ਦੂਜੇ ਨੂੰ, ਇੱਕੋ ਮੇਜ਼ ਤੇ ਬਹਿ ਕੇ। ਘਰ ਦੇ ਵਿੱਚ ਨੇੜੇ ਨੇੜੇ ਕਮਰੇ ਨੇ, ਕੋਈ ਆਵਾਜ਼ ਨਹੀਂ ਮਾਰਦਾ, ਫੋਨ ਹੀ ਕਰਦੇ ਨੇ, ਕਾਕਾ ਉੱਠ ਗਿਆ ਕਿ ਨਹੀਂ ਉੱਠ ਗਿਆ। ਇਸ ਵਰਤਾਰੇ ਦੇ ਬੜੇ ਸੁੱਖ ਨੇ, ਉਹਦੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਲੌਂਗ ਟਰਮ ਜਿਹੜੀਆਂ ਇਹਦੇ ਵਿੱਚ ਪ੍ਰੋਬਲਮ ਨੇ, ਸਾਨੂੰ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ। ਇਸ ਸਾਰੇ ਵਰਤਾਰੇ ਤੋਂ ਨਿਕਲਿਆ ਹੋਇਆ ਸਮਾਜ, ਉਹਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਹੋਵੇਗੀ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਨ ਪੀਨ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਊਬੇ ਸਾ, ਦਸਵੇਂ ਧੱਦਾ ਹੋਵਾ ਸਵਾ। ਤੇ ਇੱਕ ਦਿਨ ਕਿਸੇ ਮਹਾਂਪੁਰਖ ਦੇ ਕੋਲ ਬੈਠਿਆਂ ਤੇ ਇਹ ਜਦੋਂ ਬਚਨ ਆਇਆ ਕਿ 8ਵੀਂ ਅਵਸਥਾ ਦੇ ਵਿੱਚ ਕ੍ਰੋਧ ਆਇਆ ਤੇ ਸਰੀਰ ਦਾ ਨਾਸ਼ ਹੋ ਗਿਆ, ਤੇ ਮੈਂ ਸਹਿ ਸੁਭਾਅ ਸਵਾਲ ਕੀਤਾ ਵੀ ਗੁੱਸਾ ਬੱਚੇ ਨੂੰ ਵੀ ਆਉਂਦਾ ਹੈ, ਗੁੱਸਾ ਜਵਾਨ ਨੂੰ ਵੀ ਆਉਂਦਾ ਹੈ, ਪਰ ਤੁਸੀਂ ਇਸ ਅਵਸਥਾ ਦੇ ਉੱਤੇ ਜਾ ਕੇ ਜ਼ਿਕਰ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਰ ਰਹੇ ਨੇ, ਕਾਰਨ ਕੀ ਹੈ? ਸੁਣਿਆ ਜੇ ਬੇਨਤੀ ਨੂੰ ਧਿਆਨ ਨਾਲ। ਤੇ ਉਹ ਮਹਾਂਪੁਰਖ ਦੇ ਬੋਲ ਬੜੇ ਪਿਆਰ ਵਾਲੇ ਸੀ। ਉਹ ਜਵਾਬ ਵਿੱਚ ਕਹਿਣ ਲੱਗੇ, 8ਵੇਂ ਕ੍ਰੋਧ ਹੋਵਾ ਤਨ ਨਾਸ, ਤਾਂ ਕਿਹਾ ਗਿਆ ਏ ਸਾਰੀ ਜ਼ਿੰਦਗੀ ਬੰਦਾ ਬੱਚਿਆਂ ਦੇ ਵਾਸਤੇ ਕਿੰਨੇ ਦੁੱਖ ਝੱਲਦਾ ਏ, ਆਪਣਾ ਆਪਾ ਵਾਰ ਕੇ ਬੱਚਿਆਂ ਨੂੰ ਪਾਲਦਾ ਏ, ਪਰ ਜਦੋਂ ਕੇਸ ਚਿੱਟੇ ਹੋਏ, ਬੱਚੇ ਜਵਾਨ ਹੋਏ, ਤੇ ਜਿਸ ਵੇਲੇ ਬੱਚੇ ਆਪਣੇ ਮੂੰਹ ਤੋਂ ਇਹ ਗੱਲ ਮਾਪਿਆਂ ਨੂੰ ਕਹਿੰਦੇ ਨੇ, ਸਾਡੀ ਪਰਸਨਲ ਲਾਈਫ ਹੈ, ਤੁਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ, ਮੈਨੂੰ ਖਿਮਾ ਕਰਿਆ ਜੇ। ਸਾਡੇ ਇੱਕ ਵਿਦਵਾਨ ਸੱਜਣ ਲਿਖਦੇ ਨੇ, ਸੰਸਾਰ ਦੇ ਵਿੱਚ ਕਿਸੇ ਦੇ ਨਾਲੋਂ ਵੀ ਵੱਧ ਜਿਹੜੀ ਮਾਂ ਹੈ ਉਹ ਬੱਚੇ ਨੂੰ 10 ਮਹੀਨੇ ਵੱਧ ਜਾਣਦੀ ਹੈ, ਕਿਉਂਕਿ ਉਹਦੀ ਕੁੱਖ ਦੇ ਵਿੱਚ ਬੱਚਾ ਪਲਿਆ ਹੈ। ਤੇ ਮੈਨੂੰ ਦੱਸੋ, ਮਾਪੇ ਇੱਜ਼ਤ ਦੇ ਮਾਰੇ ਨਾ ਜ਼ਬਾਨ ਤੋਂ ਕੁਝ ਬੋਲਣ, ਪਰ ਤੁਹਾਨੂੰ ਲੱਗਦਾ ਹੈ ਕਿ ਮਾਪਿਆਂ ਨੂੰ ਬੱਚਿਆਂ ਦੀਆਂ ਹਰਕਤਾਂ ਦਾ ਨਹੀਂ ਪਤਾ ਹੁੰਦਾ? ਮਾਪਿਆਂ ਦੇ ਸਾਹਮਣੇ ਜਿਹੜੀ ਮਾਂ ਨੇ ਆਪਣੀ ਚਰਬੀ ਦੁੱਧ ਦੇ ਰੂਪ ਵਿੱਚ ਘੋਲ ਕੇ ਬੱਚੇ ਨੂੰ ਪਿਆ ਕੇ ਜਵਾਨ ਕੀਤਾ ਹੋਵੇ, ਤੇ ਬੱਚਾ ਉਹਨੂੰ ਪਰਸਨਲ ਲਾਈਫ ਕਰੇ, ਇਹ ਸਾਧ ਸੰਗਤ ਲਫ਼ਜ਼
ਮੈਨੂੰ ਤੇ ਕਦੇ ਵੀ ਹਜਮ ਨਹੀਂ ਜੇ ਹੋਏ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਬਸ ਇੰਨੀ ਗੱਲ ਸਾਨੂੰ ਚੇਤੇ ਰੱਖਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਾਹੇ ਪੂਤ ਝਗਰਤ ਹੋਂ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਫੇਰ ਮੈਂ ਵਾਪਸ ਆ ਜਾਵਾਂ ਜਿਹੜੀ ਬੇਨਤੀ ਕਰਦਾ ਪਿਆ ਸਾਂ। 8ਵੇਂ ਕ੍ਰੋਧ ਹੋਵਾ ਤਨ ਨਾਥ, ਆਖਿਆ ਉਸ ਬਜ਼ੁਰਗ ਮਾਪਿਆਂ ਨੂੰ ਜਦੋਂ ਬੱਚੇ ਉੱਚੀ ਆਵਾਜ਼ ਦੇ ਵਿੱਚ ਕੁਝ ਵੀ ਬੋਲਦੇ ਨੇ ਤੇ ਫੇਰ ਉਹ ਬੋਲਿਆ ਹੋਇਆ ਜਦੋਂ ਮਾਪਿਆਂ ਦੇ ਕੰਨੀ ਪੈਂਦਾ, ਇਹ ਬੱਚੇ ਜਿਨ੍ਹਾਂ ਵਾਸਤੇ ਅਸੀਂ ਜ਼ਿੰਦਗੀ ਦੇ ਦੁੱਖ ਝੱਲੇ, ਜਫਰ ਜਾਲੇ, ਤੇ ਅੱਜ ਇਹ ਬੱਚੇ ਸਾਨੂੰ ਕਿਹੜੀ ਭਾਸ਼ਾ ਦੇ ਵਿੱਚ ਤੇ ਕਿਹੜੀ ਬੋਲੀ ਦੇ ਵਿੱਚ ਗੱਲ ਕਰ ਰਹੇ ਨੇ। ਕਹਿਣ ਲੱਗੇ ਫੇਰ ਉਦੋਂ ਜਿਹੜਾ ਦੇਹੀ ਨੂੰ ਦੁੱਖ ਆਉਂਦਾ ਉਹਦੇ ਤੋਂ ਬਾਅਦ ਫਿਰ ਉਹ ਬਜ਼ੁਰਗ ਉੱਠ ਕੇ ਨਹੀਂ ਬਹਿ ਸਕਦਾ, ਟੁਰ ਨਹੀਂ ਸਕਦਾ। ਤੇ ਗੁਰੂ ਪਿਆਰੀ ਸਾਧ ਸੰਗਤ, ਮੈਂ ਤੇ ਇਹ ਵੀ ਸਮਝਦਾ ਕਿ ਬੱਚਿਆਂ ਦੀ ਕਿੱਡੀ ਮਾੜੀ ਕਿਸਮਤ ਹੈ ਕਿ ਜਿਹੜੇ ਮਾਂ ਪਿਓ ਦੇ ਇੱਕ ਲੰਮੇਰੇ ਤਜਰਬੇ ਦਾ ਆਪਣੀ ਜ਼ਿੰਦਗੀ ਵਿੱਚ ਲਾਭ ਨਹੀਂ ਲੈ ਸਕਦੇ, ਫਾਇਦਾ ਨਹੀਂ ਚੁੱਕ ਸਕਦੇ। ਇਹਦੇ ਨਾਲੋਂ ਮਾੜਾ ਹੋਰ ਕੀ ਹੋ ਸਕਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਸ਼ਬਦ ਆਪਾਂ ਮੁਕੰਮਲ ਕਰ ਲਈਏ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਊਬੇ ਸਾਹ, ਦਸਵੇਂ ਤੱਦਾ ਹੋਵਾ ਸੁਵਾ, ਗਏ ਸੰਗੀਤ ਪੁਕਾਰੀ ਤਾ, ਉੱਡਿਆ ਹੰਸ ਦਸਾਇਆ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਕਦਿਓ ਸਦਿਓ ਕਾਉ, ਨਾਨਕ ਮਨਮੁਖ ਅੰਧ ਪਿਆਰ। ਹਜ਼ੂਰ ਕਹਿਣ ਲੱਗੇ ਬਾਜ ਗੁਰੂ ਡੂਬਾ ਸੰਸਾਰ। ਇਸ ਸਾਰੀ ਕਹਾਣੀ ਨੂੰ ਦੋ ਪੰਕਤੀਆਂ ਵਿੱਚ ਕਹਿਣਾ ਹੋਵੇ ਤਾਂ ਮਾਲਕ ਆਖਦੇ ਨੇ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਸੱਚੀ ਦੱਸਿਆ ਜੇ ਜਿਹੜੀ ਜ਼ਿੰਦਗੀ ਆਪਾਂ ਜਿਉਂ ਰਹੇ ਹਾਂ, ਕੀ ਆਪਾਂ ਇਹਨੂੰ ਹੀਰੇ ਵਰਗਾ ਕਹਿ ਸਕਦੇ ਹਾਂ? ਜਦੋਂ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਸਜਣਾ ਇਹ ਜੀਵਨ ਬੜਾ ਵਡਮੁੱਲਾ ਹੈ, ਬੜੇ ਲੰਬੇ ਅਰਸੇ ਤੋਂ ਬਾਅਦ ਮਿਲਿਆ, ਇਹ ਜਨਮ ਹੀਰੇ ਵਰਗਾ ਹੈ। ਮੈਨੂੰ ਖਿਮਾ ਕਰਿਆ ਜੇ, ਹੀਰੇ ਵਰਗਾ ਇਹਨੂੰ ਉਹ ਹੀ ਕਹੇਗਾ ਜਿਹੜਾ ਹੀਰੇ ਵਰਗਾ ਜਿਉਂ ਰਿਹਾ ਹੈ। ਸਾਡਾ ਜਿਹੜਾ ਜੀਵਨ ਹੈ, ਮੈਨੂੰ ਨਹੀਂ ਲੱਗਦਾ ਕਿ ਇਹਦਾ ਮੁੱਲ ਕੌਡੀਆਂ ਤੋਂ ਵੱਧ ਹੋਵੇ, ਕਿਉਂਕਿ ਜਿਉਂ ਆਇਆ ਤਿਉਂ ਜਾਵੇਂ ਬੌਰੇ, ਜਿਉਂ ਜਨਮੈ ਤਿਉਂ ਮਰਨ ਪਿਆ। ਤੇ ਗੁਰੂ ਪਿਆਰੀ ਸਾਧ ਸੰਗਤ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼੍ਰੀ ਰਾਗ ਦੇ ਵਿੱਚ ਜਿਹੜਾ ਬਚਨ ਕਿਰਪਾ ਕੀਤਾ, ਉਹਦੇ ਵਿੱਚ 9 ਰਸਾਂ ਦਾ ਜ਼ਿਕਰ ਭਾਈ ਸਾਹਿਬ ਕਰ ਰਹੇ ਨੇ। ਤੇ ਆਖਿਆ ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸ਼ਰੀਰ ਕੇ, ਕਹਿ ਘਟ ਨਾਮ ਨਿਵਾਸ। ਜੇ ਆਪਾਂ ਇਹਦੀ ਵਿਆਖਿਆ 'ਚ ਜਾਵਾਂਗੇ ਤੇ ਦੂਰ ਨਿਕਲ ਜਾਵਾਂਗੇ। ਮੈਂ ਸਿਰਫ ਇੰਨੀ ਕੁ ਬੇਨਤੀ ਕਰਨੀ ਚਾਹੁੰਦਾ, ਗੁਰੂ ਪਿਆਰੀ ਸਾਧ ਸੰਗਤ, ਮਾਂ ਦੇ ਮਨ ਵਿੱਚ ਇੱਕ ਚਾਅ ਸੀ ਕਿ ਮੇਰਾ ਪੁੱਤਰ 2 ਵਕਤ ਦਾ ਨਮਾਜ਼ੀ ਹੋਏ। ਇਸੇ ਭਾਵਨਾ ਦੇ ਅਧੀਨ ਜਿਵੇਂ ਆਪਾਂ ਬੱਚਿਆਂ ਨੂੰ ਸਕੂਲ ਲਿਜਾਣ ਵਾਸਤੇ ਕਦੇ ਚਾਕਲੇਟ ਦਾ ਲਾਲਚ ਦਿੰਦੇ ਆ, ਕਦੇ ਕੋਈ ਹੋਰ ਲਾਲਚ ਦਿੰਦੇ ਆ, ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਨੂੰ ਇਹ ਲਾਲਚ ਦਿੱਤਾ, ਪੁੱਤਰ ਜੇ ਮੁਸੱਲਾ ਵਿਛਾ ਕੇ, ਮੁਸੱਲਾ ਉਸ ਬਸਤਰ ਨੂੰ ਆਖਿਆ ਜਾਂਦਾ ਜਿਹਦੇ ਉੱਤੇ ਨਮਾਜ਼ੀ ਵੀਰ ਬਹਿ ਕੇ ਨਮਾਜ਼ ਪੜ੍ਹਦੇ ਨੇ, ਜੇ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹੇਗਾ ਅੱਲਾਹ ਤਾਲਾ ਤੈਨੂੰ ਸ਼ੱਕਰ ਦੇਗਾ।
ਪੁੱਤਰ ਨੇ ਨਮਾਜ਼ ਦੇ ਵਿੱਚ ਜੁੜ ਜਾਣਾ ਤੇ ਮਾਂ ਨੇ ਸ਼ੱਕਰ ਲਿਫਾਫੇ ਵਿੱਚ ਪਾ ਕੇ ਮੁਸੱਲੇ ਦੇ ਥੱਲੇ ਰੱਖ ਦੇਣੀ। ਇਸ ਤਰ੍ਹਾਂ ਕਰਦਿਆਂ ਕਿੰਨਾ ਸਮਾਂ ਹੀ ਬਤੀਤ ਹੋ ਗਿਆ। ਮਾਂ ਨੂੰ ਵੀ ਬੜੀ ਖੁਸ਼ੀ ਹੋਵੇ ਮੇਰਾ ਪੁੱਤਰ ਨਮਾਜ਼ੀ ਹੋ ਗਿਆ। ਦੂਰ ਤੱਕ ਗੱਲ ਜਾ ਰਹੀ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਤੋਂ ਵੀ ਮੈਂ ਇਹ ਬੇਨਤੀ ਪਿਛਲੇ ਦਿਨਾਂ ਵਿੱਚ ਕਰਕੇ ਆਇਆ, ਸਿੱਖੋ ਆਪਾਂ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਕੋਈ ਵੱਡੀ ਤੇ ਕੋਈ ਵਿਲੱਖਣ ਗੱਲ ਹੈ। ਗੁਰੂ ਗ੍ਰੰਥ ਸਾਹਿਬ ਐਸਾ ਗ੍ਰੰਥ ਹੈ, ਐਸੀ ਕਿਰਪਾ ਹੈ ਇਸ ਸੰਸਾਰ ਦੇ ਉੱਤੇ, ਜਿਹੜਾ ਹੌਕਾ ਦੇ ਕੇ ਦੁਨੀਆ ਨੂੰ ਇਹ ਕਹਿੰਦਾ ਉਠ ਫਰੀਦਾ ਉਜੂ ਸਾਜ ਸੁਬਹ ਨਿਵਾਤ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਤੂੰ ਮੁਸਲਮਾਨ ਅਖਵਾਵੇਂ 5 ਵਕਤ ਦਾ ਨਮਾਜ਼ੀ ਨਾ ਹੋਵੇਂ, ਉਹਦੇ ਨਾਲੋਂ ਚੰਗਾ ਨਹੀਂ ਤੂੰ ਆਪਣਾ ਸਿਰ ਹੀ ਲਾ ਦੇ। ਤੇ ਇਹ ਬੜਾ ਔਖਾ ਹੈ ਕਿਸੇ ਦੂਜੇ ਨੂੰ ਇਹ ਗੱਲ ਕਹਿਣੀ ਕਿ ਤੂੰ ਆਪਣੇ ਧਰਮ ਦੇ ਵਿੱਚ ਤਗੜਾ ਹੋ, ਆਪਣੇ ਧਰਮ ਦੇ ਵਿੱਚ ਪਰਪੱਕ ਹੋ। ਅਦਰਵਾਈਜ਼ ਬਾਕੀ ਸਾਰੀ ਦੁਨੀਆ ਦੀ ਹੋੜ ਇਹ ਲੱਗੀ ਹੈ ਭਾਈ ਦੂਜਾ ਮਾੜਾ ਅਸੀਂ ਚੰਗੇ ਆ, ਸਾਡੀ ਸ਼ਰਨ ਵਿੱਚ ਆਓਗੇ ਭਗਵਾਨ ਇੰਜ ਕਰੇਗਾ ਇੰਜ ਕਰੇਗਾ। ਪਰ ਸਿੱਖ ਕੀ ਕਹਿੰਦਾ, ਜੇ ਪਾਠ ਯਾਦ ਹੈ ਤੇ ਜ਼ਰੂਰ ਕਿਰਪਾ ਕਰਿਆ ਜੇ। ਹਮ ਨਹੀਂ ਚੰਗੇ, ਉੱਚੀ ਬੋਲੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮੈਂ ਆਪਣੀ ਗੱਲ ਨੂੰ ਨੇੜੇ ਕਰਦੇ ਆ। ਬਾਬਾ ਫਰੀਦ ਜੀ ਦੀ ਮਾਂ ਨੇ ਮੁਸੱਲੇ ਥੱਲੇ ਸ਼ੱਕਰ ਰੱਖਣੀ ਤੇ ਭਗਤ ਜੀ ਨੇ ਹਰ ਵੇਲੇ ਨਮਾਜ਼ ਦੇ ਵਿੱਚ ਜੁੜਨਾ। ਅੱਜ ਵਕਤ ਨੇ ਐਸੀ ਕਰਵਟ ਬਦਲੀ, ਬਾਬਾ ਫਰੀਦ ਜੀ ਨਮਾਜ਼ ਅਦਾ ਕਰਦੇ ਪਏ ਨੇ ਤੇ ਮਾਂ ਨੂੰ ਵਿਸਰ ਗਿਆ ਮੁਸੱਲੇ ਥੱਲੇ ਸ਼ੱਕਰ ਰੱਖਣਾ। ਨਮਾਜ਼ ਅਦਾ ਹੋ ਗਈ, ਮਾਂ ਨੂੰ ਚੇਤਾ ਆਇਆ, ਪੁੱਤਰ ਨੇ ਮੁਸੱਲਾ ਇਕੱਠਾ ਕਰ ਲਿਆ, ਪਾਸੇ ਰੱਖ ਦਿੱਤਾ ਤੇ ਮਾਂ ਪੁੱਤਰ ਕੋਲ ਆ ਕੇ ਕਹਿਣ ਲੱਗੀ, ਪੁੱਤ ਵੇ ਮੇਰੇ ਕੋਲੋਂ ਭੁੱਲ ਗਲਤੀ ਹੋ ਗਈ ਕਿ ਮੈਂ ਅੱਜ ਸ਼ੱਕਰ ਨਾ ਰੱਖ ਸਕੀ। ਤੇ ਬਾਬਾ ਫਰੀਦ ਜੀ ਨੇ ਜਿਹੜੇ ਬੋਲ ਕਹੇ ਉਹ ਮਾਂ ਦਾ ਕਲੇਜਾ ਵੀ ਵਿੰਨ ਕੇ ਲੈ ਗਏ। ਕਹਿਣ ਲੱਗੇ, ਮਾਂ ਯਕੀਨ ਕਰੀ ਅੱਜ ਤੱਕ ਸ਼ੱਕਰ ਦੇ ਲਾਲਚ ਵਿੱਚ ਮੈਂ ਨਮਾਜ਼ ਅਦਾ ਕਰਦਾ ਰਿਹਾ, ਅੱਜ ਐਸਾ ਰਸ ਨਮਾਜ਼ ਵਿੱਚੋਂ ਆਇਆ ਕਿ ਉਹ ਸਵਾਦ ਕਦੇ ਸ਼ੱਕਰ ਵਿੱਚੋਂ ਆਇਆ ਹੀ ਨਹੀਂ। ਤੇ ਜਿਸ ਦਿਨ ਸਿੱਖਾ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆ ਐਸਾ ਰਸ ਆਵੇਗਾ ਤੇ ਯਕੀਨ ਕਰੀ ਮਨ ਜਾਗਣ ਕੀ ਇਹ ਨਿਸ਼ਾਨੀ, ਮੀਠੀ ਲਾਗੈ ਗੁਰ ਕੀ ਬਾਣੀ। ਫੇਰ ਗੁਟਕਾ ਖੋਲਦਿਆਂ ਬਾਸੀ ਨਹੀਂ ਆਏਗੀ, ਫੇਰ ਗੁਟਕਾ ਖੋਲਦਿਆਂ ਧਿਆਨ ਸੱਜੇ ਖੱਬੇ ਨਹੀਂ ਜਾਏਗਾ, ਫਿਰ ਨਿਤਨੇਮ ਛੁੱਟਿਆਂ ਤੈਨੂੰ ਚੇਤਾ ਰਵੇਗਾ ਕਿ ਅੱਜ ਮੈਂ ਬਾਣੀ ਨਹੀਂ ਪੜ੍ਹੀ, ਫੇਰ ਗੁਰੂ ਗੁਰੂ ਕਰਨ ਨੂੰ ਜੀ ਕਰੇਗਾ। ਹਰ ਵੇਲੇ ਬਹਿੰਦਿਆਂ ਉੱਠਦਿਆਂ ਤੇਰਾ ਧਿਆਨ ਸ਼ਬਦ ਵਿੱਚ ਰਵੇਗਾ। ਤੇ ਬਾਬਾ ਫਰੀਦ ਜੀ ਦੇ ਇਹ ਬੋਲ ਜਿਨ੍ਹਾਂ ਨੂੰ ਯਾਦ ਨੇ ਜ਼ਰੂਰ ਕਿਰਪਾ ਕਰਿਆ ਜੇ। ਸੰਸਾਰ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੀਓਂ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਨਾ ਦੁੱਧ ਦੀ ਮਿਠਾਸ ਤੋਂ ਮੁਨਕਰ ਹੋਇਆ ਜਾ ਸਕਦਾ ਹੈ, ਨਾ ਸ਼ਹਿਦ ਦੀ ਮਿਠਾਸ ਤੋਂ ਮੁਨਕਰ ਹੋਇਆ ਜਾ ਸਕਦਾ ਹੈ, ਨਾ ਸ਼ੱਕਰ ਦੀ ਮਿਠਾਸ ਤੋਂ ਮੁਨਕਰ ਹੋਇਆ ਜਾ ਸਕਦਾ ਹੈ। ਪਰ ਇਹਨਾਂ ਦਾ ਟੇਸਟ ਕਿੰਨੀ ਦੇਰ ਤੱਕ ਹੈ, ਜਿੰਨੀ ਦੇਰ ਤੱਕ ਇਹ ਰਸਨਾ ਦੇ ਉੱਤੇ ਨੇ। ਰਸਨਾ ਤੋਂ ਥੱਲੇ ਗਏ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਬੰਦਾ ਸਾਰੀ ਜ਼ਿੰਦਗੀ ਮਿੱਠਾ ਸਮਝ ਕੇ ਖਾਂਦਾ ਰਹਿੰਦਾ ਤੇ ਜਦੋਂ ਨਤੀਜਾ ਆਉਂਦਾ ਤੇ ਫਿਰ ਡਾਕਟਰ ਕਹਿੰਦੇ ਨੇ, ਭਾਈ ਸਾਹਿਬ ਹੁਣ ਪਹਿਲਾ ਕੰਮ ਕਰੋ, ਸ਼ੂਗਰ ਖੰਡ ਖਾਣੀ ਬੰਦ ਕਰ ਦਿਓ, ਤੁਹਾਨੂੰ ਜਿਹੜਾ ਡਾਇਬਟੀਜ਼ ਹੈ ਉਹ ਹਾਈ ਹੋ ਗਈ ਹੈ। ਤੇ ਮੇਰੇ ਹਜ਼ੂਰ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਇਹ ਚੇਤੇ ਰੱਖਿਆ ਜੇ, ਜਿਹੜੀ ਮਿਠਾਸ ਰੱਬ ਦੇ ਨਾਮ ਦੇ ਵਿੱਚ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ
ਮਾਖੀਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਪਰ ਰੱਬ ਦੇ ਨਾਮ ਦੀ ਮਿਠਾਸ ਜਿੰਨੀ ਕੋਈ ਵੀ ਦੁਨੀਆ ਦੇ ਵਿੱਚ ਮਿੱਠੀ ਵਸਤੂ ਨਹੀਂ ਹੈ। ਹਜ਼ੂਰ ਅੱਜ ਬਖਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਭਾਈ ਨਾਮ ਦੇ ਰਸ ਦੀ ਮਿਠਾਸ ਨੂੰ ਮਾਣਿਆ ਹੈ। ਰਾਮ ਰਸਾਇਣ ਜੋ ਜਨ ਗੀਦੇ, ਜਿਹੜੇ ਸੱਜਣ ਨਾਮ ਦੇ ਰਸ ਵਿੱਚ ਆਪਣੀ ਜ਼ਿੰਦਗੀ ਨੂੰ ਗੜੂੰਡ ਕਰ ਲੈਂਦੇ ਨੇ। ਚਰਨ ਕਮਲ ਪ੍ਰੇਮ ਭਗਤੀ ਬੀਦੇ, ਆਖਿਆ ਉਹਨਾਂ ਦੇ ਕੋਲ ਢੰਗ ਹੀ ਇਹ ਹੈ ਕਿ ਉਹ ਮਾਲਕ ਦੇ ਸ਼ਬਦ ਰੂਪੀ ਚਰਨਾ ਕਮਲਾਂ ਨਾਲ ਜੁੜ ਕੇ ਹਰ ਵੇਲੇ ਪ੍ਰੇਮਾ ਭਗਤੀ ਦੇ ਵਿੱਚ ਵਿੰਨੇ ਰਹਿੰਦੇ ਹਨ। ਤੇ ਮੇਰੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਅੱਗੇ ਬਖਸ਼ਿਸ਼ ਕੀਤੀ, ਆਨ ਰਸਾ ਦਿਸੈ ਸਭ ਛਾਰ। ਹੇ ਭਾਈ, ਬਾਕੀ ਜਿੰਨੇ ਰਸ ਨੇ ਉਹ ਤੈਨੂੰ ਸਿਰਫ ਲੁਭਾਏਮਾਨ ਕਰਨ ਵਾਲੇ ਨੇ, ਉਹਨਾਂ ਦਾ ਵਜੂਦ ਕੋਈ ਨਹੀਂ ਹੈ। ਉਹਨਾਂ ਦਾ ਟੇਸਟ ਟੈਂਪਰੇਰੀ ਹੈ, ਵਕਤੀ ਤੌਰ ਤੇ ਹੈ। ਉਸ ਟੇਸਟ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਨਾਮ ਬਿਨਾ ਨੇਹ ਫਲ ਸੰਸਾਰ, ਉਸ ਮਾਲਕ ਦੇ ਸਿਮਰਨ ਤੋਂ ਬਿਨਾ, ਉਸ ਮਾਲਕ ਦੀ ਯਾਦ ਤੋਂ ਬਿਨਾ, ਉਸ ਮਾਲਕ ਦੇ ਨਾਮ ਤੋਂ ਬਿਨਾ ਜਿਹੜਾ ਜੀਵਨ ਬਤੀਤ ਕਰਨਾ ਹੈ, ਹਜ਼ੂਰ ਕਹਿਣ ਲੱਗੇ ਉਹ ਯੂਜ਼ਲੈਸ ਹੈ, ਉਹ ਨਿਫਲ ਹੈ। ਅੰਧ ਕੂਪ ਤੇ ਕਾਢੇ ਆਪ, ਜਿਸ ਮਟੀਰੀਅਲ ਦੇ ਟੇਸਟ ਵਿੱਚ ਸੰਸਾਰ ਪਿਆ ਹੋਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦਿਆਂ ਕਹਿਣ ਲੱਗੇ, ਇਹਦੇ ਵਿੱਚੋਂ ਕੱਢਣ ਦੀ ਸਮਰੱਥਾ ਕਿਸੇ ਬੰਦੇ ਕੋਲ ਨਹੀਂ ਹੈਗੀ, ਮਾਲਕ ਦੇ ਕੋਲ ਹੀ ਹੈ, ਰੱਬ ਦੇ ਕੋਲ ਹੀ ਹੈ। ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ, ਮੋਹ ਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ। ਤੇ ਢੰਗ ਵੀ ਦੱਸਿਆ ਹਜ਼ੂਰ ਨੇ ਅਰਦਾਸ ਕਰਨੀ ਕਿਵੇਂ ਹੈ। ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਣ ਗੋਵਿੰਦ ਅਚਰਜ ਪ੍ਰਤਾਪ, ਉਸ ਮਾਲਕ ਦੇ ਕੌਤਕ ਬੜੇ ਵਿਸਮਾਦੀ ਨੇ, ਬੜੇ ਬਖਸ਼ਿਸ਼ ਵਾਲੇ ਨੇ। ਵਾਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ, ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ, ਬ੍ਰਹਿਮੰਡ ਦੀ ਕੋਈ ਵੀ ਐਸੀ ਥਾਂ ਨਹੀਂ ਹੈਗੀ ਜਿੱਥੇ ਨਾ ਹੋਵੇ, ਕਣ ਕਣ ਦੇ ਵਿੱਚ ਉਹ ਵਿਦਮਾਨ ਹੈ। ਬ੍ਰਹਮ ਪਸਾਰ ਜੀ ਸੰਗ ਦਿਆਲ, ਉਸ ਅਕਾਲ ਪੁਰਖ ਬ੍ਰਹਮ ਦਾ ਪਸਾਰਾ ਸਮੁੱਚੇ ਸੰਸਾਰ ਦੇ ਵਿੱਚ ਹਰ ਜੀਵ ਦੇ ਵਿੱਚ ਪਸਰਿਆ ਹੋਇਆ ਹੈ। ਅਖੀਰਲਾ ਬੰਦ, ਕਹੋ ਨਾਨਕ ਸਾਕਥ ਨਿਸਾਰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਭਾਈ ਕਨਕਲੂਜਨ, ਤਤ ਸਾਰ ਸਾਰੇ ਵਰਤਾਰੇ ਦਾ ਇਹ ਹੈ, ਮਾਨ ਲੇਤ ਜਿਸ ਸਿਰਜਨਹਾਰ। ਜਿਹੜਾ ਮਨੁੱਖ ਮਨ ਕਰਕੇ ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਸਿਰਜਣਹਾਰ ਦੇ ਨਾਮ ਰਸ ਦੇ ਵਿੱਚ ਗੜੂੰਡ ਹੋ ਜਾਂਦਾ ਹੈ, ਉਹ ਆਪਣਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸੁਹੇਲਾ ਕਰ ਲੈਂਦਾ। ਜਿਹੜੇ ਇਸ ਵਰਤਾਰੇ ਦੇ ਵਿੱਚ ਗਲਤਾਨ ਰਹਿੰਦੇ ਨੇ ਭਾਈ, ਫਿਰ ਉਹ ਜੀਵਨ ਦੇ ਵਿੱਚ ਠੋਕਰਾਂ ਖਾਂਦੇ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਇੱਕ ਵਿਦਵਾਨ ਨੂੰ ਕਿਸੇ ਨੇ ਪੁੱਛਿਆ ਵੀ ਰੱਬ ਕਿੱਥੇ ਹੈ ਤੇ ਕਿਹੜੀ ਥਾਂ ਤੇ ਨਹੀਂ ਹੈ। ਕਹਿਣ ਲੱਗੇ ਇਹਦੇ 'ਚ ਕੋਈ ਸ਼ੱਕ ਨਹੀਂ, ਹਰ ਥਾਂ ਦੇ ਉੱਤੇ ਪਰਮੇਸ਼ਰ ਹੈ। ਅਗਰ ਪਰਮੇਸ਼ਰ ਕਿਤੇ ਨਹੀਂ ਹੈ, ਉਹ ਸਾਡੇ ਧਿਆਨ ਵਿੱਚ, ਉਹ ਸਾਡੇ ਵਿਚਾਰਾਂ ਵਿੱਚ, ਉਹ ਸਾਡੀ ਸੋਚ ਵਿੱਚ। ਅਸੀਂ ਜ਼ਬਾਨ ਤੋਂ ਕਹਿੰਦੇ ਜ਼ਰੂਰ ਹਾਂ ਕਿ ਸਾਰੇ ਰੱਬ ਦੀ ਜੋਤ ਨੇ, ਪਰ ਪ੍ਰੈਕਟੀਕਲੀ ਮੰਨਣ ਨੂੰ
ਕੋਈ ਵੀ ਤਿਆਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਇਹ ਅਹਿਸਾਸ ਬਹੁਤ ਵੱਡਾ ਹੈ, ਜੇ ਕਿਤੇ ਆਪਾਂ ਮਨ ਕਰਕੇ ਮੰਨ ਲਵੀਏ। ਸਾਰੇ ਕਿਰਪਾ ਕਰਿਆ ਜੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਹੱਥ ਬੰਨ੍ਹ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ। ਬਹੁਤ ਹੀ ਸੁਰੀਲੇ ਕੀਰਤਨੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਬਠਿੰਡੇ ਵਾਲੇ। ਦਾਸ ਤੋਂ ਬਾਅਦ ਆਪ ਜੀ ਦੇ ਚਰਨ ਪਰਸਣਗੇ। ਜਿਨ੍ਹਾਂ ਕੋਲ ਵੀ ਸਮਾਂ ਹੈ ਜ਼ਰੂਰ ਹਾਜ਼ਰੀ ਲਵਾਇਆ ਜੀ। ਕਿਸੇ ਵੀ ਭੁੱਲ ਚੁੱਕ ਲਿਖੇ ਮਾਂ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ